ਤੁਹਾਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਤੁਹਾਡੀਆਂ ਹੀ ਕਿਉਂ ਫੋਟੋਆਂ ਵਾਇਰਲ ਹੋ ਰਹੀਆਂ? ਭਾਵੇਂ ਸੈਂਟਰ ਦੀ ਸਰਕਾਰ ਮੋਦੀ ਦੀ ਫੋਟੋ ਲਾਵੇ, ਭਾਵੇਂ ਤੋਮਰ ਦੀ ਲਾਵੇ, ਉਹਨਾਂ ਨੂੰ ਕਹ ਭੇਜੀ ਚੱਲੋ ਜਿਹੜਾ ਭੇਜਣਾ। ਹੁਣ ਤੁਸੀਂ ਬੇਅਦਬੀ ਕਰਕੇ ਇਦਾਂ ਹੀ ਟੰਗਾਂਗੇ ਕੌਮ ਵਾਂਗੂ। ਅੱਜ ਇਹੀ ਗੱਲ ਕਹੀ ਜਾ ਰਹੀ ਹੈ ਕਿ ਭਾਜਪਾ ਦੇ ਆਗੂਆਂ ਦੇ ਨਾਲ ਅਮਨਦੀਪ ਸਿੰਘ ਦੀਆਂ ਬੈਠਕਾਂ ਹੋਈਆਂ। ਆਪਾਂ ਤਿਆਰ ਪਰ ਤਿਆਰ ਰਹਿਣਾ। ਮਤਭੇਦ ਆਪਸ ਵਿੱਚ ਹੋਣਗੇ, ਬਹਿ ਕੇ ਨਿਬੇੜਾਂਗੇ। ਤੁਹਾਡਾ ਘਰ ਆ, ਜਦੋਂ ਮਰਜ਼ੀ ਆਓ, ਪਰ ਸਰਕਾਰ ਮੂਹਰੇ ਨਹੀਂ ਆਪਾਂ ਚੁੱਕਣਾ। ਇਸ ਕਰਕੇ ਵੀ ਅਸੀਂ ਭਾਈ ਹੁਣ ਤਿਆਰੀ ਆ ਸਾਡੀ। ਹੁਣ ਜਿਹੜੇ 19 ਜਾਣੇ ਪਿੱਛੇ ਰਹਿੰਦੇ ਆ ਉਹਨਾਂ ਦੇ ਨੱਥ ਪਾਵਾਂਗੇ। ਕੀ ਗੱਲਬਾਤ ਹੋਈ ਹੈ ਫਿਰ ਤੁਹਾਡੀ ਉੱਥੇ? ਘੋੜੇ ਲੈ ਜਾਓ, ਪਾਲਕੀ ਲੈ ਜਾਓ, ਆ ਬੇਲੀ ਕਰ ਜਾਓ। ਮਤਲਬ ਕਿ ਤੁਸੀਂ ਆਪਣੀਆਂ ਛਾਉਣੀਆਂ ਚੱਕ ਕੇ ਇੱਥੋਂ ਚਲੇ ਜਾਓ? ਹਾਂ, ਅੰਦੋਲਨ 'ਚੋਂ ਚਲੇ ਆ। ਹੋਰ ਉਹਨਾਂ ਨੇ ਕੀ ਕਰਨਾ? ਇੱਥੋਂ ਚੱਲੇ ਆ, ਇੱਥੇ ਹੀ ਸਾਡਾ ਜੀਵਨ ਹੈ, ਇਹੀ ਸਾਡਾ ਮੁੱਦਾ ਹੈ। ਇਹਦੇ ਮੂਹਰੇ ਜਿਹੜਾ ਵੀ ਅੜੂ ਉਹ ਸਾਰੇ ਝੜਨਗੇ। ਉਹ ਫਿਰ ਭਾਵੇਂ ਬ੍ਰਹਮਾ ਦਾ ਫੁੱਲ ਲਾ ਕੇ ਲੁੱਟਦੇ ਹੋਣ, ਭਾਵੇਂ ਗੁਰੂ ਨਾਨਕ ਪਾਤਸ਼ਾਹ ਦੀ ਤੱਕੜੀ ਲਾ ਕੇ ਲੁੱਟਦੇ ਹੋਣ, ਭਾਵੇਂ ਗੁਰੂ ਨਾਨਕ ਪਾਤਸ਼ਾਹ ਦਾ ਪੰਜਾ ਲਾ ਕੇ ਲੁੱਟਦੇ ਹੋਣ। ਡਰਿਆ ਵਾਲੇ ਵੀ ਕਹਿ ਰਹੇ ਨੇ ਕਿ ਕੀ ਸਬੂਤ ਆ, ਸਬੂਤ ਤੇ ਨਸ਼ਰ ਹੋਣਾ ਚਾਹੀਦਾ। ਦੇਖੋ, ਅਸੀਂ ਉਹਨਾਂ ਨੂੰ ਕਲੀਅਰ ਕਰ ਚੁੱਕੇ, ਉਹ ਆਪਣਾ ਵਚਨ ਪਗਾ ਦੇਣ ਤੇ ਅਸੀਂ ਆਪਣਾ ਵਚਨ ਪਗਾ ਦੇਵਾਂਗੇ। ਮਸਲਾ ਗੱਲ ਪੰਜਾਬ ਦੀ ਹੈ, ਗੱਲ ਹੋਂਦ ਤੇ ਆ ਗਈ। ਕਿਸਾਨੀ ਦੀ ਤਾਂ ਬਹੁਤ ਦੂਰ ਦੀ ਰਹਿ ਗਈ ਗੱਲ। ਇਹ ਬਿਲਕੁਲ ਰਿਸੀਵਿੰਗ ਹੈ। ਆ ਉਹਨਾਂ ਦੇ ਨੰਬਰ ਨੇ ਜਿਨ੍ਹਾਂ ਤੇ ਐਂ ਕਰੋ, ਇਹ ਨੰਬਰ ਕਢਵਾਏ ਜਾਣ। ਇਹਨਾਂ ਤੇ ਸਾਡੀ ਗੱਲ ਹੋਈ ਹੈ ਸਾਰਿਆਂ ਤੋਂ, ਇਹਨਾਂ ਦੀ ਜਾਂਚ ਕਰਾਈ ਜਾਵੇ। ਇਹ ਜਿਸ ਸੈਂਟਰ ਦੀ ਸਰਕਾਰ ਨੇ ਉਹਨੂੰ ਪੰਜਾਬ ਦਾ ਕਸੂਰ ਨਾ ਕੱਢਿਆ ਹੋਵੇ। ਬਿਨਾਂ ਸਾਡੇ ਕੋਲੇ ਚੋਰ, ਸਾਧ, ਠੱਗ, ਕੈਟ ਸਾਰਿਆਂ ਨੇ ਆਉਣਾ। ਇਹ ਪਰਮੇਸ਼ਰ ਦਾ ਦਰਬਾਰ ਹੈ। ਉਹ ਕਹਿੰਦੇ ਪਹਿਲਾਂ ਸਾਡੀਆਂ ਮੰਨੋ, ਤੁਸੀਂ ਵਿਹਲੀ ਕਰੋ, ਉਸ ਤੋਂ ਬਾਅਦ ਤੁਹਾਨੂੰ ਸੁਲਤਾਨਪੁਰ ਵਾਲਾ ਗੁਰਦੁਆਰਾ ਵੀ ਲੈ ਦਾਂਗੇ। ਨਾ ਸਾਨੂੰ ਕਿਸੇ ਤੋਮਰ ਦਾ, ਨਾ ਕਿਸੇ ਪ੍ਰਧਾਨ ਮੰਤਰੀ ਦਾ। ਮੇਨ ਗੱਲ ਇਹੀ ਹੈ, ਟੇਬਲ ਤੇ ਬੈਠਣਾ ਪਊ। ਅੱਜ ਬਹਿ ਜਾਓ, 2 ਸਾਲ ਨੂੰ ਬਹਿ ਜਾਓ, 6 ਮਹੀਨਿਆਂ ਨੂੰ ਬਹਿ ਜਾਓ। ਪਹਿਲਾਂ ਸਰੂਪਾਂ ਦਾ ਹਿਸਾਬ ਦੇਣਾ ਪਊ, ਫਿਰ ਕਿਸਾਨੀ ਦਾ ਦੇਣਾ ਪਊਗਾ। ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਅਸੀਂ ਨਹੀਂ ਕਰ ਸਕਦੇ, ਅਸੀਂ ਉਹਨਾਂ 'ਚੋਂ ਨਹੀਂ ਹੈਗੇ। ਭਾਵੇਂ ਸਾਡੇ ਮੂਹਰੇ ਸੋਨੇ ਦੀਆਂ ਪੰਡਾਂ ਬੰਨ੍ਹਦੀ, ਇਹ ਥੁੱਕਦੇ ਨਹੀਂ, ਤੁਹਾਡੀਆਂ ਦੇ ਗੜ ਤੜਾ ਦਿਆਂਗੇ ਸਿੰਘਾਂ ਤੋਂ, ਕਿਤੇ ਭੁਲੇਖੇ 'ਚ ਫਿਰਦੇ ਹੋਣੇ। ਇਹ ਪੈਸਾ ਉਹਨਾਂ ਨੂੰ ਦਿਓ ਜਿਨ੍ਹਾਂ ਦੇ ਕੰਮ ਦਾ, ਸਾਡੇ ਕੰਮ ਦਾ ਪੈਸਾ ਨਹੀਂ। ਦੇਖੋ, ਜਦੋਂ ਹੁਣ ਕਿਸੇ ਦੇ ਘਰੇ ਜਾਵਾਂਗੇ, ਤੁਸੀਂ ਕਿਸੇ ਦੇ ਘਰੇ ਜਾਓਗੇ, ਤੁਹਾਨੂੰ ਜਾਂਦਿਆਂ ਨੂੰ ਅਗਲਾ ਚਾਹ ਪਾਣੀ ਪਿਲਾਊ ਜਾਂ ਨਹੀਂ ਪਿਲਾਊ? ਦੱਸੋ, ਜਵਾਬ ਦਿਓ ਸਾਨੂੰ। ਗੁਰੂ ਸਾਹਿਬ ਦਾ ਹਿਸਾਬ ਚਾਹੀਦਾ, ਇਕੱਲੇ ਇਕੱਲੇ ਸੂਟ ਦਾ ਹਿਸਾਬ ਚਾਹੀਦਾ। ਕਿਸੇ ਨਾਲ ਸਾਡੀ ਦੁਸ਼ਮਣੀ ਨਹੀਂ ਹੈਗੀ, ਅਸੀਂ ਕੋਈ ਹਿੰਸਾ ਨਹੀਂ ਕਰਨਾ ਚਾਹੁੰਦੇ, ਅਸੀਂ ਕੋਈ ਖਾਲਿਸਤਾਨੀ ਨਹੀਂ ਹੈਗੇ। ਸਾਡੇ ਕੋਲ ਬੈਠੋ ਤਾਂ ਸੀ, ਆ ਕੇ ਸਾਡਾ ਸੁਣੋ ਤਾਂ ਸੀ ਨਾ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ। ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੋ ਰਹੀਆਂ ਨੇ ਅਮਨਦੀਪ ਸਿੰਘ ਦੀਆਂ, ਕਿਹਾ ਜਾ ਰਿਹਾ ਕਿ ਬੀਜੇਪੀ ਦੇ ਨਾਲ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਆ। ਇਸ ਬਾਰੇ ਸਾਰੀ ਹੀ ਖੁੱਲ੍ਹ ਕੇ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਵੀ ਅਮਨਦੀਪ ਸਿੰਘ ਜੀ ਮੌਜੂਦ ਹੈ, ਗੱਲਬਾਤ ਕਰਕੇ ਜਾਣਕਾਰੀ ਲੈਣੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਰੋਜ਼ਾਨਾ ਸਪੋਕਸਮੈਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਮਨਦੀਪ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹੁੰਦੇ, ਅੱਜ ਇਹੀ ਗੱਲ ਕਹੀ ਜਾ ਰਹੀ ਹੈ ਕਿ ਭਾਜਪਾ ਦੇ ਆਗੂਆਂ ਦੇ ਨਾਲ ਅਮਨਦੀਪ ਸਿੰਘ ਦੀਆਂ ਬੈਠਕਾਂ ਹੋਈਆਂ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਦੇਖੋ, ਜਿਹਨੇ ਕਹਿਣਾ ਕਹੀ ਜਾਵੇ, ਪਰ ਅਸੀਂ ਸੰਸਾਰ ਨੂੰ ਕਲੀਅਰ ਕਰ ਚੁੱਕੇ ਹਾਂ ਜੀ ਵੀ ਅਸੀਂ ਇਹਨਾਂ ਤੋਂ ਸਵਾਲ ਪੁੱਛੇ ਆ, ਉਹ ਸਾਡੀਆਂ ਗੱਲਾਂ ਦੇ ਜਵਾਬ ਦੇਣ, ਕਾਨੂੰਨੀ ਤਰੀਕੇ ਨਾਲ ਪੁੱਛੇ ਆ। ਰਾਸ਼ਟਰਪਤੀ ਇਹਨਾਂ ਦੀ ਆ, ਲੋਕਤੰਤਰ ਦਾ ਜਵਾਬ ਦੇ ਦੇ ਸਾਡਾ। ਭਾਵੇਂ ਪਿੰਕੀ ਨਾਲ ਨੇ, ਭਾਵੇਂ ਗ੍ਰਹਿ ਮੰਤਰੀ ਜਵਾਬ ਦੇ ਦੇ ਸਾਡਾ। ਸਾਰਿਆਂ ਨੂੰ ਮਿਲੇ ਆ ਭਾਈ। ਮਤਲਬ ਕਿ ਤੁਹਾਡੀ ਮੀਟਿੰਗ ਜਿਹੜੀ ਹੋਈ ਉਹ ਕਿਸ ਮਾਮਲੇ ਨੂੰ ਲੈ ਕੇ ਉੱਥੇ ਮੀਟਿੰਗ ਕਰਨ ਤੁਸੀਂ ਗਏ ਸੀ ਉਹਨਾਂ ਨਾਲ? ਉੱਥੇ ਸਾਡੀ ਚਿੱਠੀਆਂ ਲੱਗੀਆਂ ਹੋਈਆਂ ਨੇ ਜੀ ਭਾਈ ਜੀ। ਆ ਪੜ੍ਹਦੇ ਸਾਰਾ ਸੰਸਾਰ, ਚਿੱਠੀਆਂ ਲੱਗੀਆਂ ਹੋਈਆਂ ਨੇ ਸਾਡੀਆਂ ਸਾਰੀਆਂ। ਉੱਥੇ ਬੁਲਾਇਆ ਗਿਆ ਸਾਨੂੰ ਸਾਰਿਆਂ ਨੇ। ਚਿੱਠੀਆਂ ਕਿਹਨੂੰ ਤੁਸੀਂ ਭੇਜੀਆਂ ਹੁਣ ਤੱਕ? ਉਹਦੇ ਵਿੱਚ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ ਸਾਰਾ। ਗ੍ਰਹਿ ਮੰਤਰੀ ਹੋ ਗਿਆ ਜੀ, ਰਾਸ਼ਟਰਪਤੀ ਹੋ ਗਿਆ, ਰਾਜਪਾਲ ਹੋ ਗਿਆ, ਤੇ ਪੰਜਾਬ 'ਚ ਆਪਣੇ ਤਕਰੀਬਨ ਸਾਰੀਆਂ ਸੰਗਤ ਆਪ ਕਲੀਅਰ ਕਰ ਲਏ। ਇਹ ਰਿਸੀਵਿੰਗ ਹੈ ਤੁਹਾਡੀ ਚਿੱਠੀਆਂ? ਹਾਂਜੀ ਹਾਂਜੀ, ਰਿਸੀਵਿੰਗ ਆ ਜੀ, ਇਹ ਬਿਲਕੁਲ ਰਿਸੀਵਿੰਗ ਹੈ। ਆ ਉਹਨਾਂ ਦੇ ਨੰਬਰ ਨੇ ਜਿਨ੍ਹਾਂ ਤੇ ਐਂ ਕਰੋ, ਇਹ ਨੰਬਰ ਕਢਵਾਏ ਜਾਣ। ਇਹਨਾਂ ਤੇ ਸਾਡੀ ਗੱਲ ਹੋਈ ਹੈ ਸਾਰਿਆਂ ਤੋਂ, ਇਹਨਾਂ ਦੀ ਜਾਂਚ ਕਰਾਈ ਜਾਵੇ। ਹੁਣ ਤਾਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਕਤਲ ਹੋਣ ਤੋਂ ਬਾਅਦ ਹੀ ਵੀਡੀਓ ਵਾਇਰਲ ਹੁੰਦੀਆਂ ਹੈ, ਫੋਟੋਆਂ ਵਾਇਰਲ ਹੁੰਦੀਆਂ। ਇਹ ਵੀ ਕਿਹਾ ਜਾਂਦਾ ਹੈ ਕਿ ਭਾਜਪਾ ਆਗੂਆਂ ਦੇ ਨਾਲ ਤੁਹਾਡੀ ਸਾਜ਼ਿਸ਼ ਨਾਲ ਰਲ ਕੇ ਜਿਹੜਾ ਇੱਥੇ ਕਾਂਡ ਹੁੰਦਾ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ? ਕਿ ਉਹ ਤੁਹਾਡੇ ਨਾਲ ਕਹਿ ਰਹੀ ਕਿ ਮਿਲ ਕੇ ਕੀਤਾ ਗਿਆ ਇਹਨਾਂ ਵੱਲੋਂ, ਇਹਨਾਂ ਦੇ ਦੋਸ਼ ਲਾਏ ਜਾ ਰਹੇ ਨੇ। ਸੰਸਾਰ ਨੂੰ ਕਲੀਅਰ ਹੋ ਜਾਊਗਾ ਭਾਈ, ਠੀਕ ਹੈ ਨਾ। ਪਰ ਇਹਨਾਂ ਧਿਆਨ ਰੱਖ ਦਿੰਦੇ ਆ, ਜਿਨ੍ਹਾਂ ਨੇ ਉਹਨੂੰ ਭੇਜਿਆ ਸੈਂਟਰ ਦੀ ਸਰਕਾਰ ਨੇ ਉਹਨੂੰ। ਪੰਜਾਬ ਦਾ ਕਸੂਰ ਨਾ ਕੱਢਿਓ ਕੋਈ। ਪੰਜਾਬ 'ਚੋਂ ਆਇਆ ਜ਼ਰੂਰ ਹੈ, ਪਰ ਇਹ ਸਾਰੀ ਕੋਈ ਜੁੰਡਲੀ ਹੈ। ਇਹ ਜਿਹੜੀ ਸੈਂਟਰ 'ਚੋਂ ਚੱਲੀ ਹੋਈ ਆ, ਪੰਜਾਬ 'ਚ ਫਿਰਦੀ ਹੈ। ਜਿਹੜਾ
ਮੇਨ ਇਹਦਾ ਮੁੱਦਾ ਕੀ ਹੈ? ਸਾਢੇ 10 ਮਹੀਨੇ ਹੋ ਗਏ ਬਾਬਾ ਮੈਂ ਸਾਨੂੰ ਉਰੇ ਬੈਠਿਆਂ ਨੂੰ, ਹੁਣ ਤੱਕ ਤਾਂ ਸਾਡੀ ਕਿਤੇ ਫੋਟੋ ਵਾਇਰਲ ਹੋਈ ਨਹੀਂ ਸੀ। ਕੱਲ੍ਹ ਜਦੋਂ ਸਿੰਘਾਂ ਨੇ ਪਰਸੋਂ ਦਾ ਸਮਾਂ ਉਹਨੇ ਬੇਅਦਬੀ ਕਰੀ ਦੁਸ਼ਟ ਨੇ, ਅਤੇ ਸਿੰਘਾਂ ਨੇ ਸੋਧਾ ਲਾ ਕੇ ਉਹਨੂੰ ਟੰਗਤਾ, ਅਤੇ ਅੱਜ ਬਾਬਾ ਅਮਰ ਸਿੰਘ ਜੀ ਬੀਜੇਪੀ ਦੇ ਬੰਦੇ ਹੋ ਗਏ ਬਾਈ। ਤੁਸੀਂ ਬੇਅਦਬੀ ਮਾਮਲੇ ਨੂੰ ਲੈ ਕੇ ਇਹ ਜਿਹੜੀਆਂ ਤੁਸੀਂ ਚਿੱਠੀਆਂ ਲਿਖੀਆਂ ਹੋਈਆਂ ਸਾਰੀਆਂ, ਜਾਂ ਉਹਨਾਂ ਨੂੰ ਮਿਲੇ ਹੋ? ਆਹ ਵੇਖੋ ਜੀ, ਇਹ ਨਾ ਆ ਤਾਂ ਸਾਡਾ ਆ ਗਿਆ ਕਲੀਅਰ ਕਰ ਲਏ ਸੰਸਾਰ, ਬਿਲਕੁਲ। ਇਹ ਤਾਂ ਆ ਗਿਆ ਗੁਰੂ ਸਾਹਿਬ ਦੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਚੱਲਦਾ ਵੀਰ ਹਿੰਦੁਸਤਾਨ ਚੱਕਰਵਰਤੀ, ਖਾਲਸੇ ਦੀ ਭੂਮੀ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਇੱਥੋਂ ਚੱਲੇ ਆ, ਇੱਥੇ ਹੀ ਸਾਡਾ ਜੀਵਨ ਹੈ, ਇਹੀ ਸਾਡਾ ਮੁੱਢ ਹੈ। ਇਹਦੇ ਮੂਹਰੇ ਜਿਹੜਾ ਵੀ ਅੜੂਗਾ ਸਾਰੇ ਝੜਨਗੇ। ਉਹ ਫਿਰ ਭਾਵੇਂ ਬ੍ਰਹਮਾ ਦਾ ਫੁੱਲ ਲਾ ਕੇ ਲੁੱਟਦੇ ਹੋਣ, ਭਾਵੇਂ ਗੁਰੂ ਨਾਨਕ ਪਾਤਸ਼ਾਹ ਦੀ ਤੱਕੜੀ ਲਾ ਕੇ ਲੁੱਟਦੇ ਹੋਣ, ਭਾਵੇਂ ਗੁਰੂ ਨਾਨਕ ਪਾਤਸ਼ਾਹ ਦਾ ਪੰਜਾ ਲਾ ਕੇ ਲੁੱਟਦੇ ਹੋਣ, ਭਾਵੇਂ ਹੁਣ ਕੁਛ ਸਾਡੇ ਲੀਡਰ ਨੇ ਜਿਹੜੇ ਸਿਸਟਮ ਵਾਲੇ ਉਹ ਲੁੱਟਦੇ ਹੋਣ। ਇਹ ਹੁਣ ਸਾਰੇ ਸੰਸਾਰ ਨੂੰ ਕਲੀਅਰ ਹੋ ਜੂ। ਇਹ ਤਾਂ ਆ ਗਿਆ ਸਾਡਾ 15 ਤੋਂ ਲੈ ਕੇ 22 ਤੱਕ ਬੇਅਦਬੀਆਂ ਦਾ, ਗੁਰੂ ਸਾਹਿਬ ਦੀਆਂ ਜਿੰਨੀਆਂ ਬੇਅਦਬੀਆਂ ਉਹਦਾ ਹਿਸਾਬ ਲੈਣਾ ਸੀ ਨੇ ਸੈਂਟਰ ਦੀ ਸਰਕਾਰ 'ਚੋਂ। ਕਿਉਂ? ਸੈਂਟਰ ਦੀ ਸਰਕਾਰ 'ਚੋਂ ਪਟਾ ਪੈਂਦਾ ਸਾਰਿਆਂ ਦੇ। ਪਹਿਲਾਂ ਕੈਪਟਨ ਦੇ ਰਿਹਾ, ਹੁਣ ਚੰਨੀ ਕੋਲੇ ਆ ਗਿਆ, ਚੰਨੀ ਨੂੰ ਵੀ ਪੁੱਛਾਂਗੇ, ਸਾਰਿਆਂ ਨੂੰ ਪੁੱਛਣਾ ਪਊਗਾ ਹੁਣ ਕਲੀਅਰ ਵੀ ਤੁਸੀਂ ਗੁਰੂ ਨੂੰ ਲੈ ਕੇ ਰਾਜਨੀਤੀ ਕਿੰਨਾ ਚਿਰ ਕਰੋਗੇ, ਬੇਅਦਬੀਆਂ ਨੂੰ ਲੈ ਕੇ ਰਾਜਨੀਤੀ ਕਿੰਨਾ ਸਮਾਂ ਕਰੋਗੇ। ਰਹੀ ਗੱਲ ਹੁਣ ਆਪਾਂ ਕਰੀਏ ਤੁਮਰ 'ਤੇ ਆ ਜਾਓ। ਜਦੋਂ ਅਸੀਂ ਉੱਥੇ ਮਿਲਣ ਗਏ ਹਾਂ ਅਤੇ ਬੇਸ ਸਾਡਾ ਇਹ ਹੈ, ਪਰ ਸਾਨੂੰ ਮਿਲਦਾ ਕੁਛ ਉੱਥੇ ਹੋਰ ਜਾ ਕੇ ਹੈ ਜੀ। ਪਰ ਇਹ ਵੀ ਦਿਖਾਇਆ ਜਾ ਰਿਹਾ ਕਿ ਕੈਲਾਸ਼ ਚੌਧਰੀ ਦੇ ਘਰ ਜਾ ਕੇ ਤੁਸੀਂ ਕੋਠੀ ਦੇ ਵਿੱਚ ਲੰਚ ਕਰਦੇ ਹੋ, ਉੱਥੇ ਇਹ ਵੀ ਦੱਸਿਆ ਜਾ ਰਿਹਾ, ਇਹ ਲੋਕ ਸਵਾਲ ਕਰ ਰਹੇ ਨੇ। ਦੇਖੋ ਭਾਈ, ਮੈਂ ਨਾ ਸੰਸਾਰ ਨੂੰ ਪਹਿਲਾਂ ਵੀ ਕਲੀਅਰ ਕਰ ਚੁੱਕਿਆ ਸਾਰਿਆਂ ਨੂੰ ਵੀ ਨਾ ਸਾਡੇ ਕੋਲੇ ਚੋਰ ਸਾਧ ਠੱਗ ਕੈਟ ਸਾਰਿਆਂ ਨੇ ਆਉਣਾ। ਇਹ ਪਰਮੇਸ਼ਰ ਦਾ ਦਰਬਾਰ ਹੈ, ਆ ਦਰਬਾਰ ਸਰਬਲੋਕ ਦਰਬਾਰ, ਦਸਮ ਦਰਬਾਰ। ਇਹ ਤਾਂ ਬਹੁਤ ਦੂਰ ਦੀ ਗੱਲ ਆ। ਕੱਲ੍ਹ ਪਰਸੋਂ ਦੁਸ਼ਟ ਨਹੀਂ ਆਇਆ ਜਿਹੜਾ ਗੁਰੂ ਸਾਹਿਬ ਨੂੰ ਹੱਥ ਪਾਉਣੀ ਆ ਗਿਆ। ਕੈਟ ਕੂੜ ਤਾਂ ਮੰਤਰੀ ਸੰਤਰੀ ਤਾਂ ਬਹੁਤ ਛੋਟੀਆਂ ਗੱਲਾਂ ਰਹਿ ਗਈਆਂ। ਜਿਹੜਾ ਬੰਦਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਇਆ, ਇੱਥੇ ਸਾਰਿਆਂ ਨੇ ਆਉਣਾ। ਅਸੀਂ ਉੱਥੇ ਗਏ ਹਾਂ, ਅਸੀਂ ਕਿਹੜਾ ਮੁੱਕਰਦੇ ਹਾਂ। ਸਾਨੂੰ ਰਾਸ਼ਟਰਪਤੀ ਨੂੰ ਮਿਲੇ ਹਾਂ, ਉਹ ਸਾਨੂੰ ਬੁਲਾਇਆ ਕਿਹਦੇ ਕਰਕੇ? ਆਹ ਨੰਬਰਾਂ ਤੋਂ ਕਹਿੰਦੇ ਆ ਜਾਓ ਬਾਬਾ ਜੀ ਤੁਹਾਡਾ, ਸਾਨੂੰ ਆ ਮਨਜ਼ੂਰ ਹੈ, ਪਰ ਉਹ 'ਚ ਸਾਡੀਆਂ ਗੱਲਾਂ ਨੇ ਚਾਰ, ਉਹ ਰੱਖਣੀਆਂ। ਕੀ ਗੱਲਬਾਤ ਹੋਈ ਹੈ ਫਿਰ ਤੁਹਾਡੀ ਉੱਥੇ ਜਾ ਕੇ? ਘੋੜੇ ਲੈ ਜਾਓ, ਪਾਲਕੀ ਲੈ ਜਾਓ, ਆ ਬੇਲੀ ਕਰ ਜਾਓ। ਮਤਲਬ ਕਿ ਤੁਸੀਂ ਆਪਣੀਆਂ ਛਾਉਣੀਆਂ ਚੱਕ ਕੇ ਇੱਥੋਂ ਚਲੇ ਜਾਓ ਅੰਦੋਲਨ ਦੇ ਵਿੱਚ। ਅੰਦੋਲਨ 'ਚੋਂ ਚਲੇ ਜਾਓ, ਹੋਰ ਉਹਨਾਂ ਨੇ ਕੀ ਕਹਿਣਾ? ਆਹੀ ਗੱਲਾਂ ਨੇ, ਹੋਰ ਕਿਉਂ ਇਹ ਮੁੱਦਾ ਕਿਉਂ ਰੱਖਿਆ ਉਹਨਾਂ ਨੇ ਵੀ ਤੁਸੀਂ ਇੱਥੋਂ ਕਿਉਂ ਚਲੇ ਜਾਓ? ਮੂਹਰੇ ਅਸੀਂ ਬੈਠੇ ਹਾਂ। ਇਹ ਹੁਣ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੇ ਆ, ਦੰਗੇ ਕਰਾਉਣੇ ਚਾਹੁੰਦੀਆਂ ਨੇ ਇਹ ਸਰਕਾਰਾਂ ਗੰਦੀਆਂ। ਤੇ ਤੁਹਾਨੂੰ ਉਹਨਾਂ ਨੇ ਇਹ ਕਿਹਾ ਕਿ ਜਦੋਂ ਇੱਥੋਂ ਚਲੇ ਜਾਓ, ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਬੇਅਦਬੀ ਦੇ ਜਿੰਨੇ ਵੀ ਹੁਣ ਤੱਕ ਕੇਸ ਹੋਏ ਆ ਉਹ ਵੀ ਹੱਲ ਕਰਕੇ ਦੇਵਾਂਗੇ। ਤੁਸੀਂ ਬੁੱਧ ਬਚਨ ਕਲੀਅਰ ਸੁਣੋ ਪਹਿਲਾਂ। ਸਾਰਾ ਬਚਨ ਹੈ ਨਾ ਜਿਹੜਾ, ਸਾਡੀਆਂ ਤਾਂ ਉਹਨਾਂ ਨੇ ਮੰਗਾਂ ਮੰਨੀਆਂ ਹੀ ਨਹੀਂ। ਬਿਲਕੁਲ। ਉਹ ਕਹਿੰਦੇ ਪਹਿਲਾਂ ਸਾਡੀਆਂ ਮੰਨੋ, ਉਹ ਕਹਿੰਦੇ ਪਹਿਲਾਂ ਸਾਡੀਆਂ ਮੰਨੋ, ਤੁਸੀਂ ਵਿਹਲੀ ਕਰੋ, ਉਸ ਤੋਂ ਬਾਅਦ ਤੁਹਾਨੂੰ ਸੁਲਤਾਨਪੁਰ ਵਾਲਾ ਗੁਰਦੁਆਰਾ ਵੀ ਲੈ ਦਾਂਗੇ, ਠੀਕ ਹੈ। ਅਤੇ ਬਾਬਾ ਮਾਨ ਸਿੰਘ ਜੀ 'ਤੇ 302 ਦਾ ਪਰਚਾ ਹੋਇਆ, ਉਹ ਵੀ ਕੈਂਸਲ ਕਰ ਦਿਆਂਗੇ। ਤੁਹਾਡੇ ਨਾਲ ਕਿੰਨੇ ਸਿੰਘ ਗਏ ਸੀ ਜਦੋਂ ਤੁਸੀਂ? ਸਾਡੇ ਨਾਲ ਤਕਰੀਬਨ ਸਾਰੇ ਫੌਜ 8 ਸਿੰਘ ਸੀ ਸਾਡੇ ਨਾਲ ਗਏ ਹੋਏ। ਉਹਨਾਂ ਸਾਰਿਆਂ ਦੀਆਂ ਫੋਟੋਆਂ ਵਾਇਰਲ ਕਰ ਦੇਣ। ਉਹਨਾਂ ਨੂੰ ਪ੍ਰਸ਼ਾਦਾ ਛਕਾਇਆ, ਪ੍ਰਸ਼ਾਦਾ ਛਕਾਇਆ, ਉਹਨਾਂ ਦੇ ਸਰੋਪੇ ਪਾਏ ਨੇ, ਚਿੱਟੀਆਂ ਲੋਈਆਂ ਪਾਈਆਂ ਨੇ। ਇੱਕ ਬਲਦਾਂ ਦੀ ਜੋੜੀ ਦਾ ਨਾ ਐਡਾ ਕੁ ਉਹ ਡੰਡਾ ਜਿਹਾ ਹੁੰਦਾ ਹੈ, ਉਹ ਵੀ ਅਸੀਂ ਤੁਹਾਨੂੰ ਅੱਜ ਫੋਟੋ ਮੰਗਾ ਕੇ ਦੇ ਦਿਆਂਗੇ। ਉਹ ਦਿੱਤਾ ਸਾਨੂੰ, ਕਹਿੰਦੇ ਬਾਬਾ ਜੀ ਅਸੀਂ ਕਿਸਾਨੀ ਦੇ ਨਾਲ ਆ। ਤੁਹਾਡੇ ਸਰੋਪਾ ਉਹ ਵੀ ਪਾਏ ਆ? ਹਾਂਜੀ ਹਾਂ, ਸਾਨੂੰ ਪਾਇਆ। ਇੱਕ ਗੱਲ ਮੈਂ ਆਪ ਜੀ ਨੂੰ ਹੋਰ ਕਲੀਅਰ ਕਰ ਦਈਏ ਜੀ, ਉਹਦੇ ਵਿੱਚ ਇਹ ਗੱਲ ਹੋ ਗਈ। ਉਸ ਤੋਂ ਬਾਅਦ ਜਿਹੜਾ ਮੁੱਦਾ ਆ ਗਿਆ ਆਪਣਾ, ਇਹ ਨੇ ਖੇਤੀ ਕਾਲੇ ਕਾਨੂੰਨ। ਇਹ ਸਾਡੇ ਨਾਲ ਹੀ ਲਾਏ ਹੋਏ ਨੇ। ਪਹਿਲਾਂ ਸਾਡੇ ਲਈ ਦਰਬਾਰ ਸਰਬਲੋਕ ਦਰਬਾਰ, ਦਸਮ ਦਰਬਾਰ, ਇਹਦਾ ਹਿਸਾਬ ਲੈਣਾ ਸੀ ਨੇ। ਉਹ ਭਾਵੇਂ ਮੁੱਖ ਮੰਤਰੀ ਪੰਜਾਬ ਦਾ ਹੋਵੇ, ਉਹ ਭਾਵੇਂ ਪੂਰੀ ਦੁਨੀਆ ਦਾ ਹੋਵੇ। ਅਸੀਂ ਪਹਿਲਾਂ ਸਾਡੀ ਕਾਰਵਾਈ ਬਣਨੀ ਹੈ ਰਾਸ਼ਟਰਪਤੀ ਤੋਂ, ਕਿਉਂ? ਉਹ ਲੋਕਤੰਤਰ ਦੇ ਵਿੱਚ ਆਉਂਦਾ। ਜੇ ਰਾਸ਼ਟਰਪਤੀ ਆਪਣੇ ਕੁਰਸੀ ਤੋਂ ਭੱਜਦਾ ਵਿਖਿਆ, ਫਿਰ ਅਸੀਂ ਅੱਗੇ ਫੌਜ ਗੁਰਮਤਾ ਕਰੂਗੀ, ਸਾਰਾ ਸੰਸਾਰ ਗੁਰਮਤਾ ਕਰੂਗਾ। ਜੇ ਅਸੀਂ ਰਾਸ਼ਟਰਪਤੀ 'ਤੇ ਜਾਵਾਂਗੇ ਨਾ, ਕੱਲ੍ਹ ਨੂੰ ਸਾਨੂੰ ਇਹ ਕਹਿਣਗੇ ਵੀ ਨਿਹੰਗ ਸਿੰਘ ਕਾਨੂੰਨ ਦੇ ਨਾਲ ਨਹੀਂ ਚੱਲਦੇ, ਨਿਹੰਗ ਸਿੰਘ ਕਾਂ ਵਾਂਗੂ ਬੰਦਾ ਵੱਢ ਕੇ ਟੰਗਦੇ ਨੇ। ਸਾਨੂੰ ਦੱਸੋ ਤਾਂ ਅਸੀਂ ਅਸੀਂ ਜਾਈਏ ਕਿੱਧਰ ਨੂੰ?
ਗੁਰੂ ਸਾਹਿਬ ਦੀਆਂ ਬੇਅਦਬੀ ਦਾ ਇਨਸਾਫ ਤੁਸੀਂ ਨਹੀਂ ਦੇ ਰਹੇ। ਪਰ ਕਹਿ ਰਹੇ ਆ ਕਿ ਅਜੇ ਤੱਕ ਕੋਈ ਸਬੂਤ ਨਹੀਂ ਸਾਹਮਣੇ ਆਇਆ। ਇੱਥੋਂ ਤੱਕ ਇਹ ਵੀ ਕਹਿ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਹੈ, ਤਾਂ ਉਹਦੀ ਵੀ ਕੋਈ ਪੁਸ਼ਟੀ ਕੀਤੀ ਗਈ ਉਹਨੇ ਕਿਸ ਤਰ੍ਹਾਂ ਬੇਅਦਬੀ ਕੀਤੀ ਸੀ, ਕੀ ਪ੍ਰੂਫ ਹੈਗਾ? ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹੀ ਹਰ ਕੋਈ ਮੰਗ ਰਿਹਾ ਹੈਗਾ ਕਿ ਪ੍ਰੂਫ ਕੀ ਹੈ। ਦੇਖੋ ਮੈਂ ਨਾ ਕੱਲ ਵੀ ਸਾਰੇ ਸੰਸਾਰ ਨੂੰ ਅਸੀਂ ਕਲੀਅਰ ਕਰ ਚੁੱਕੇ ਹਾਂ ਵੀ ਸਾਨੂੰ ਸਵਾ ਮਹੀਨੇ ਦਾ ਟਾਈਮ ਦੇ ਦਿਓ। ਉਹਨੇ ਨਾ ਤਾਂ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਜੀ, ਠੀਕ ਹੈ ਨਾ, ਸਜ਼ਾ ਤਾਂ ਉਹਨਾਂ ਨੇ ਦੇਣੀ ਆ। ਜੇ ਹੁਣ ਅਸੀਂ ਆਪ ਦੇਵਾਂਗੇ ਫਿਰ ਇਹ ਲੋਕਾਂ ਨੇ ਕੱਲ੍ਹ ਨੂੰ ਫਿਰ ਸਾਨੂੰ ਬਦਨਾਮ ਕਰ ਦੇਣਾ। ਹੁਣ ਅੱਜ ਅਸੀਂ 5 ਜੱਜ ਆਏ ਨੇ ਸਾਡੇ ਕੋਲੇ ਹਾਈ ਕੋਰਟ ਦੇ, ਆਪਣਾ ਵਕੀਲ 5 ਵਕੀਲ ਸਾਡੇ ਕੋਲੇ ਹਾਈ ਕੋਰਟ ਦੇ ਅਸੀਂ ਬੁਲਾਏ ਨੇ ਉਰੇ, ਜਿਹਨੇ ਬੇਅਦਬੀ ਉਰੇ ਕੀਤੀ ਹੈ ਉਹਦੇ ਸਾਰੇ ਟੋਟਲੀ ਪ੍ਰੂਫ ਮੈਂ ਉਹਨਾਂ ਨੂੰ ਕਲੀਅਰ ਕਰਤਾ ਵੀ ਸਾਰੇ ਉਹਦੇ ਪ੍ਰੂਫ ਕਢਾਓ, ਉਹਦਾ ਪੈਨ ਕਾਰਡ, ਉਹਦਾ ਆਧਾਰ ਕਾਰਡ, ਕਿੰਨੇ ਉਹਦੇ ਘਰ 'ਚ ਮੈਂਬਰ ਨੇ, ਕਿਹਦੇ ਨਾਂ ਦੇ ਉਹਦੇ ਖਾਤੇ ਨੇ। ਅਤੇ ਰਹੀ ਗੱਲ ਉਸ ਤੋਂ ਬਾਅਦ ਨੰਬਰ ਹੈ ਕੋਈ ਉੱਥੇ ਜਿਹੜੇ ਉਹਨਾਂ ਨੇ ਬੋਲੇ ਉਹ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲਿਖਾਤੇ। ਉਹ ਹੁਣ ਇਨਕੁਆਇਰੀ ਹੋ ਗਈ ਅਤੇ ਉਹ ਵੱਡੀ ਖੁਸ਼ੀ ਦੀ ਗੱਲ ਇਹ ਆ ਸਾਡੇ ਲਈ, ਜੋ ਕੁੰਡਲੀ ਪ੍ਰਸ਼ਾਸਨ ਹੈ, SHO ਹੈ, ਉਹ ਬਹੁਤ ਹੀ ਵਧੀਆ ਨੇਕ ਇਨਸਾਨ ਆ, ਉਹ ਸਾਡੇ ਸਾਥ 'ਚ ਖੜ੍ਹਾ, ਉਹ ਸਾਥ ਦੇ ਰਿਹਾ ਸਾਰਾ। ਉਹਨੇ ਸਾਨੂੰ ਬਾਈ ਸਟੈਪ ਸਾਰਾ ਕਢਾ ਕੇ ਦੇ ਰਿਹਾ। ਉਹਨੇ ਸਾਨੂੰ ਇਹ ਵੀ ਕਿਹਾ ਵੀ ਬਾਬਾ ਜੀ ਮੈਂ ਤੁਹਾਡੇ ਨਾਲ ਪੰਜਾਬ ਚੱਲੂੰਗਾ ਵੀ ਉਹ ਦੇਖੋ ਤੁਸੀਂ ਇੱਕ SHO ਇਹ ਗੱਲ ਕਹਿ ਰਿਹਾ, ਕਹਿੰਦਾ ਜਿਹੜਾ ਬਾਬਾ ਜੀ ਅੱਜ ਗੁਰੂ ਸਾਹਿਬ ਨੂੰ ਦੀ ਬੇਅਦਬੀ ਕਰਨਾ ਸਕਦਾ ਤਾਂ ਕੱਲ੍ਹ ਨੂੰ ਸੋਨੂੰ ਵੀ ਇੱਥੇ ਕੁਛ ਵੀ ਕਰ ਸਕਦਾ। ਬਿਲਕੁਲ, ਇਹ SHO ਖੁਦ ਇਹ ਗੱਲ ਮੈਨੂੰ ਖੁਦ ਕਹਿ ਰਿਹਾ, ਕਹਿੰਦਾ ਬਾਬਾ ਜੀ ਇਸ ਕਰਕੇ ਵੀ ਤੁਸੀਂ ਪਰਵਾਹ ਨਾ ਕਰੋ ਵੀ ਮੈਂ ਤੁਹਾਡਾ ਸਾਥ ਦਊਂਗਾ, ਬਹੁਤ ਵਧੀਆ ਨੇਕ ਇਨਸਾਨ ਹੈ। ਅਤੇ ਇਸ ਕਰਕੇ ਵੀ ਅਸੀਂ ਭਾਈ ਹੁਣ ਤਿਆਰੀ ਆ ਸਾਡੀ, ਹੁਣ ਜਿਹੜੇ 19 ਜਾਣੇ ਪਿੱਛੇ ਰਹਿੰਦੇ ਆ ਉਹਨਾਂ ਦੇ ਨੱਥ ਪਾਵਾਂਗੇ। ਰਹੀ ਗੱਲ, ਮੈਂ ਸੰਸਾਰ ਨੂੰ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਸਾਡਾ ਨਾ ਖੇਤੀ ਕਾਲੇ ਕਾਨੂੰਨਾਂ ਦੇ ਨਾਲ ਸਾਡੀ ਕੋਈ ਵੀ ਲੜਾਈ ਅਸੀਂ ਲੜ ਨਹੀਂ ਰਹੇ। ਸਾਡੀ ਲੜਾਈ ਹੈ ਧਰਮ ਦੀ। ਖੇਤੀ ਕਾਲੇ ਕਾਨੂੰਨਾਂ ਦੇ ਨਾਲ ਲੜਾਈ ਲੜ ਰਹੇ ਨੇ 31 ਲੀਡਰ, ਉਹ ਆਪਣੀ ਲੜਨਾ। ਬੇਅਦਬੀ ਹੋਈ ਆ, ਸਿੰਘਾਂ ਨੇ ਉਹਨੂੰ ਸੋਧਾ ਲਾਤਾ ਅਤੇ ਉਹਨਾਂ ਨੇ ਸਿਲੰਡਰ ਕਰਤਾ। ਅਤੇ ਦੱਸੋ ਤਾਂ ਅਸੀਂ ਫਿਰ ਹੋਰ ਅਸੀਂ ਹੁਣ ਕੀ ਕਰ ਦਈਏ ਬਈ? ਜੋ ਅਸੀਂ ਕੀਤਾ ਅਸੀਂ ਮੰਨਿਆ, ਸਿੰਘ ਫੜਾਤੇ, ਅਤੇ ਹੁਣ ਤਾਂ ਸਾਡਾ ਫਰਜ਼ ਆ ਨਾ ਉਰੇ ਬੈਠਣ ਦਾ। ਅੱਜ ਤਾਂ ਡਰਿਆਂ ਵਾਲੇ ਵੀ ਕਹਿ ਰਹੇ ਨੇ ਕਿ ਕੀ ਸਬੂਤ ਆ, ਸਬੂਤ ਤੇ ਨਸ਼ਰ ਹੋਣਾ ਚਾਹੀਦਾ ਨਾ। ਦੇਖੋ ਅਸੀਂ ਉਹਨਾਂ ਨੂੰ ਕਲੀਅਰ ਕਰ ਚੁੱਕੇ, ਉਹ ਆਪਣਾ ਬਚਨ ਪਗਾ ਦੇਣ ਅਤੇ ਅਸੀਂ ਆਪਣਾ ਬਚਨ ਪਗਾ ਦੇਵਾਂਗੇ ਜੀ। ਇੰਨਾ ਹੀ ਕੀ ਕਹਾਂਗੇ। ਬਚਨ ਤੁਸੀਂ ਉਹਨਾਂ ਨਾਲ ਕਰ ਉਹ ਅਸੀਂ ਕਰ ਚੁੱਕੇ ਹਾਂ ਪੁੱਤ ਕਲੀਅਰ ਜੀ, ਵਾਰ-ਵਾਰ ਨਹੀਂ ਚਾਹਾਂਗੇ, ਮਾਫੀ ਚਾਹੁੰਦੇ ਹਾਂ ਅਤੇ ਅਸੀਂ ਉਹਨੂੰ ਕਰ ਚੁੱਕੇ। ਉਹ ਆਪਣਾ ਬਚਨ ਕਲੀਅਰ ਕਰੇ ਸੰਸਾਰ ਨੂੰ ਅਤੇ ਅਸੀਂ ਕਲੀਅਰ ਕਰਾ ਦੇਵਾਂਗੇ। ਰਹੀ ਗੱਲ, ਨਾ ਸਾਨੂੰ ਕਿਸੇ ਤੋਮਰ ਦਾ ਨਾ ਕਿਸੇ ਪ੍ਰਧਾਨ ਮੰਤਰੀ ਦਾ, ਮੇਨ ਗੱਲ ਇਹੀ ਹੈ ਟੇਬਲ 'ਤੇ ਬੈਠਣਾ ਪਊ। ਅੱਜ ਬਹਿ ਜਾਓ, 2 ਸਾਲ ਨੂੰ ਬਹਿ ਜਾਓ, 6 ਮਹੀਨਿਆਂ ਨੂੰ ਬਹਿ ਜਾਓ। ਪਹਿਲਾਂ ਸਰੂਪਾਂ ਦਾ ਹਿਸਾਬ ਦੇਣਾ ਪਊ, ਫਿਰ ਕਿਸਾਨੀ ਦਾ ਦੇਣਾ ਪਊਗਾ। ਤੁਹਾਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਤੁਹਾਡੀਆਂ ਹੀ ਕਿਉਂ ਫੋਟੋਆਂ ਵਾਇਰਲ ਹੋ ਰਹੀਆਂ? ਇਸ ਕਰਕੇ ਹੋ ਰਹੀਆਂ ਨੇ, ਅਸੀਂ ਅੱਗੇ ਬੈਠੇ ਹਾਂ। ਘੋੜੇ ਆ ਸਾਡੇ, ਗੁਰੂ ਸਾਹਿਬ ਦੇ ਇਸ ਤਾਂ ਸੇਵਾ ਕਰਦੇ ਹਾਂ। ਇਹਨਾਂ ਧਿਆਨ ਰੱਖਿਓ, ਸਾਡਾ ਰਹੇ ਨਾ ਸਾਡਾ ਭਾਵੇਂ ਕੱਖ ਨਾ ਰਹੇ, ਪਰ ਹੁਣ ਇਹਨਾਂ ਦਾ ਕੱਖ ਨਹੀਂ ਅਸੀਂ ਰਹਿਣ ਦਿੰਦੇ। ਜਿੱਥੇ ਮਰਜ਼ੀ ਭੱਜ ਲੈਣ, ਭਾਵੇਂ ਗੰਦਾ ਸਿਸਟਮ ਜਿਹੜਾ ਹੈਗਾ ਇਹ ਅਸੀਂ ਹੁਣ ਸੰਸਾਰ ਨੂੰ ਕਲੀਅਰ ਕਰਾਂਗੇ। ਆਹ ਵੇਖ ਲਓ ਗੰਦੇ ਸਿਸਟਮ ਨੇ ਕੀ ਕਰਤਾ। ਸਿੰਘੂ ਬਾਰਡਰ 'ਤੇ ਵੀ ਪਹੁੰਚ ਗਏ। ਉਹ ਕੁੰਡਲੀ ਵਾਲਾ SHO ਮੈਨੂੰ ਇਹ ਗੱਲ ਕਹਿ ਰਿਹਾ, ਕਹਿੰਦਾ ਬਾਬਾ ਜੀ ਮੈਨੇ ਤਾਂ ਸੁਣਾ ਵੀ ਇਹ ਪਹਿਲੀ ਵਾਰ हुई है। मैं कहा नहीं, 2015 ਤੋਂ ਲੈ ਕੇ ਹੁਣ ਤੱਕ ਹੋ ਰਹੀਆਂ ਨੇ। ਕਹਿੰਦਾ ऐसे क्यों करते हैं आपके पंजाब के लोग? ਬਿਲਕੁਲ, ਕਹਿੰਦਾ ਇਹਨਾਂ ਨੂੰ ਮਿਲ ਕੇ ਜਾਂਦਾ। ਉਹ ਇਹ ਗੱਲ ਮੈਨੂੰ ਖੁਦ ਕਹਿ ਰਿਹਾ। ਉਹ ਕਹਿੰਦਾ ਇਹਨਾਂ ਨੂੰ ਕੀ ਮਿਲ ਜਾਂਦਾ ਇੱਦਾਂ ਦਾ ਕੰਮ ਕਰਕੇ? ਮੈਂ ਕਿਹਾ ਸਰਕਾਰਾਂ ਕਰਾ ਰਹੀਆਂ ਨੇ। ਪਰ ਉਸਨੇ ਮੈਨੂੰ ਕਲੀਅਰ ਕੀਤਾ, ਕਹਿੰਦਾ ਬਾਬਾ ਜੀ ਮੈਂ ਇਸ ਦੀ ਤੁਹਾਨੂੰ ਜਾਂਚ ਕਰਕੇ ਕਲੀਅਰ ਥੋੜ੍ਹੇ ਸਮੇਂ 'ਚ ਅਸੀਂ ਕਲੀਅਰ ਕਰ ਦਾਂਗੇ। ਇਸ ਕਰਕੇ ਵੀ ਇਹ ਜਿਹੜੀਆਂ ਫੋਟੋਆਂ ਨੇ ਇਹਨਾਂ ਦਾ ਸਾਨੂੰ ਕੋਈ ਪਰਵਾਹ ਨਹੀਂ, ਕਰ ਦੇਣਗੇ, ਨਹੀਂ ਕਰਨੀਆਂ ਨੇ ਪਰਵਾਹ। ਜਿਹੜੇ ਪਿੰਕੀ ਕੈਟ ਦੀ ਗੱਲ ਕਰ ਰਹੇ ਆ, ਕਿਹਾ ਜਾ ਰਿਹਾ ਕਿ ਬਹੁਤ ਨੇੜਤਾ ਦੇ ਸੰਬੰਧ ਸੀ, ਬੜੇ ਲੰਮੇ ਸਮੇਂ ਤੋਂ ਤੁਹਾਨੂੰ ਜਾਣਦਾ ਸੀ। ਦੇਖੋ ਉਹ ਅਸੀਂ ਨਹੀਂ ਕਹਿ ਸਕਦੇ, ਪਰ ਅਸੀਂ ਉਹਨੂੰ ਲਦੋਲਣ ਸ਼ੁਰੂ ਜਦ ਹੀ ਜਾਣਨ ਲੱਗਿਆ। ਰਹੀ ਗੱਲ, ਇੱਕ ਮੈਂ ਆਪ ਜੀ ਨੂੰ ਹੋਰ ਵੀ ਦੱਸਾਂ, ਜਦੋਂ ਅਸੀਂ ਇੱਥੋਂ ਘੋੜੇ ਲੈ ਕੇ ਗਏ ਨਾ, ਇੱਥੋਂ ਅਸੀਂ ਘੋੜੇ ਲੈ ਗਏ, ਸਾਡੇ ਬਰਸੀ ਸੀ 1 ਤਰੀਕ ਦੀ, ਪਿਆਰੇ ਹਿੰਮਤ ਸਿੰਘ ਦੇ ਸਥਾਨ ਦੇ ਬਾਬਾ ਸਰਜੀਤ ਸਿੰਘ ਦੀ। ਅਤੇ ਬਾਪੂ ਜੀ ਕਹਿੰਦੇ ਵੀ ਪੁੱਤਰ ਜੀ ਤੁਸੀਂ ਘੋੜੇ ਲੈ ਆਏ ਉਰੇ। ਮੈਂ ਕਿਹਾ ਜੀ 7 ਵਜੇ ਨੂੰ। ਅਤੇ ਉਸ ਤੋਂ ਬਾਅਦ ਸਾਨੂੰ ਬਾਬਿਆਂ ਨੇ ਫੋਨ ਕਰਤਾ, ਕਹਿੰਦਾ ਅਮਨ ਸਿੰਘ ਵੀ ਪੁੱਤਰ ਜੀ ਤੁਸੀਂ ਉੱਥੇ ਪਹੁੰਚ ਜਾਓ ਆਪਣੇ ਚੰਡੀਗੜ੍ਹ। ਕਲਾਰਾਮ ਬਰਸੀ ਸੀ ਬਾਬਾ ਸਰਜੀਤ ਸਿੰਘ ਦੀ 8 ਤਰੀਕ ਦੀ, ਅਤੇ ਪਿੰਕੀ ਉੱਥੇ ਮਿਲਣ ਆਇਆ ਸਾਨੂੰ। ਉੱਥੇ ਸਾਨੂੰ ਮਿਲ ਕੇ ਗਿਆ, ਮੈਨੂੰ ਕਹਿ ਕੇ ਗਿਆ। ਮੈਂ ਕਿਹਾ ਵੀ ਕੀ ਗੱਲ ਹੈ, ਕਿਵੇਂ ਫਿਰਦਾ? ਅਤੇ ਬਾਪੂ ਜੀ ਮੈਨੂੰ ਕਹਿੰਦੇ ਵੀ ਅਮਨ ਵੀ ਕੋਈ ਪੁਲਿਸ ਦੇ ਅਫਸਰ ਮਿਲਣ ਆਇਆ ਤੈਨੂੰ। ਹੁਣ ਸਾਨੂੰ ਕੋਈ ਪੜਾਅ 'ਤੇ ਮਿਲਣ ਆ ਜੇ ਅਤੇ ਅਸੀਂ ਉਹਨੂੰ ਦੱਸੋ ਕੀ ਕਹਿ ਸਕਦੇ ਹਾਂ? ਪੜਾਅ ਲੱਗਿਆ ਹੋਇਆ ਸਾਡਾ ਘੋੜਿਆਂ ਦਾ ਕਿਤੇ, ਅਤੇ ਸਾਨੂੰ ਕੋਈ ਮਿਲਣ ਆ ਜੇ ਉੱਥੇ। ਸਾਡੇ ਪਿਤਾ ਜੀ ਕਹਿੰਦੇ ਵੀ ਤੁਹਾਨੂੰ ਕੋਈ ਅਫਸਰ ਮਿਲਣ ਆਏ ਨੇ, ਉਹਨਾਂ ਨੂੰ ਮਿਲੋ। ਅਸੀਂ ਸੋਚਿਆ ਵੀ ਸਾਨੂੰ ਸਿੰਘ ਨੇ ਕਹਿੰਦਾ ਵੀ ਪਿੰਕੀ, ਮੈਂ ਕਿਹਾ ਬੁਲਾਓ ਇਹਨੂੰ ਕੀ ਕਹਿੰਦਾ। ਅਤੇ ਉੱਥੇ ਸਾਡੀ ਵੀਡੀਓ ਵੀ ਲੈ ਕੇ ਆਏ ਨੇ ਬਣਾ ਕੇ। ਇਹ ਮੈਨੂੰ ਕਹਿੰਦਾ ਫਿਰ ਬਾਬਾ ਜੀ ਹੁਣ ਕਦੋਂ ਜਾਵੋਗੇ? ਹਾਲੇ ਹੱਸਦੇ ਆ ਅਤੇ ਹਾਲੇ ਹੁਣ ਪੁੱਛਦੇ, ਕਹਿੰਦਾ ਬਾਬਾ ਜੀ ਫਿਰ ਹੁਣ ਦਿੱਲੀ ਨੂੰ ਚਾਲੇ ਪਾਉਣੇ ਆ। ਮੈਂ ਕਿਹਾ ਹੌਲੀ ਹੌਲੀ ਜਾਵਾਂਗੇ, 20 ਕੁ ਦਿਨ ਲੱਗ ਜਾਣਗੇ। ਕਹਿੰਦਾ ਫਿਰ ਹੁਣ ਕੀ ਕਰਨਾ? ਮੈਂ ਕਿਹਾ ਵੀ ਅਸੀਂ ਇਹ ਕੰਮ ਨਹੀਂ ਕਰਨਾ,
ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਅਸੀਂ ਨਹੀਂ ਕਰ ਸਕਦੇ, ਅਸੀਂ ਉਹਨਾਂ 'ਚੋਂ ਨਹੀਂ ਹੈਗੇ। ਭਾਵੇਂ ਸਾਡੇ ਮੂਹਰੇ ਸੋਨੇ ਦੀਆਂ ਪੰਡਾਂ ਬੰਨ੍ਹਦੀ, ਇਹ ਥੁੱਕਦੇ ਨਹੀਂ ਤੁਹਾਡੀਆਂ ਦੇ ਗੜ੍ਹ ਤੜਾ ਦਿਆਂਗੇ ਸਿੰਘਾਂ ਤੋਂ, ਕਿਤੇ ਭੁਲੇਖੇ 'ਚ ਫਿਰਦੇ ਹੋਣ। ਇਹ ਪੈਸਾ ਉਹਨਾਂ ਨੂੰ ਦਿਓ ਜਿਨ੍ਹਾਂ ਦੇ ਕੰਮ ਦਾ, ਸਾਡੇ ਕੰਮ ਦਾ ਪੈਸਾ ਨਹੀਂ। ਸਾਡੇ ਕੰਮ ਲਈ ਤਾਂ 3 ਨੇ, ਉਹ ਸਾਡੇ ਅੱਜ ਵੀ 4 ਗੱਲਾਂ ਸਾਡੀ ਕਲੀਅਰ ਕਰ ਦੇਣ। 5 ਵਚਨ, ਪਹਿਲਾ ਸਾਨੂੰ 2015 ਤੋਂ ਲੈ ਕੇ 22 ਚੜ੍ਹ ਚੁੱਕਿਆ, ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਹਿਸਾਬ ਚਾਹੀਦਾ। ਦੂਜਾ ਵਚਨ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਲੀਅਰ ਕਰੇ ਕਿ ਇਹਨੂੰ ਸਜ਼ਾ ਕਰੀ ਉਹਨਾਂ ਨੇ। ਤੀਜਾ ਵਚਨ ਕਿਸਾਨਾਂ ਦਾ ਜਦ ਅਸੀਂ ਇੱਥੋਂ ਉੱਠ ਕੇ ਜਾਣਾ, ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰੋ, NSB ਲਿਖ ਕੇ ਦਿਓ ਵੀ ਜਿਹੜਾ ਕੱਲ੍ਹ ਨੂੰ ਕਿਸਾਨ ਕੋਰਟ ਜਾ ਸਕੇ। ਇਹ ਸਾਡੀਆਂ ਮੰਗਾਂ ਨੇ ਜੀ। ਅਸੀਂ ਨਹੀਂ ਇੱਥੋਂ ਜਾਣਾ। ਨਹੀਂ, ਭਾਵੇਂ ਸੈਂਟਰ ਦੀ ਸਰਕਾਰ ਮੋਦੀ ਦੀ ਫੋਟੋ ਲਾਵੇ, ਭਾਵੇਂ ਤੋਮਰ ਦੀ ਲਾਵੇ, ਉਹਨਾਂ ਨੂੰ ਕਹੇ ਭੇਜੀ ਚੱਲੋ ਜਿਹੜਾ ਭੇਜਣਾ, ਹੁਣ ਤੁਸੀਂ ਬੇਅਦਬੀ ਕਰਕੇ ਇੱਦਾਂ ਹੀ ਟੰਗਾਂਗੇ ਕੌਮ ਵਾਂਗੂ। ਇਹਨਾਂ ਨੇ ਕਰਾਉਣਾ ਹੀ ਆ। ਗੱਲ ਕਹਿਣ ਦਾ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੇ ਆ, ਇਹ ਦਬਾਉਣਾ ਚਾਹੁੰਦੇ ਆ ਪੰਜਾਬ ਨੂੰ। ਪੰਜਾਬ ਇੱਦਾਂ ਨਹੀਂ ਦਬਦਾ। ਅਸੀਂ ਬਾਹਰ ਸਟੇਟ ਵਾਲਿਆਂ ਨੂੰ ਕਲੀਅਰ ਕਰਦੇ ਹਾਂ, ਪੰਜਾਬ ਇੱਦਾਂ ਨਹੀਂ ਦਬਦਾ, ਕਿਤੇ ਭੁਲੇਖੇ 'ਚ ਰਹੋ। ਜਿਹੜੇ 40 ਨੇ ਤੇਗਾਂ ਮਾਰੀਆਂ ਨੇ, ਰਾਜ ਉਹਨਾਂ ਦਾ ਹੀ ਹੈ, ਖਾਲਸੇ ਦਾ ਰਾਜ ਹੈ ਇਹ। ਅਸੀਂ ਪਰਮੇਸ਼ਰ ਅਕਾਲ ਪੁਰਖ ਦੀ ਸ਼ਰਨ 'ਚ ਬੈਠੇ ਹਾਂ, ਕਿਸੇ BJP ਦੀ ਸ਼ਰਨ 'ਚ ਨਹੀਂ ਬੈਠੇ। ਧਿਆਨ ਰੱਖ ਲੈਣ ਇੰਨਾ ਵੀ ਅਸੀਂ ਪਰਮੇਸ਼ਰ ਤੋਂ ਡਰਦੇ ਹਾਂ। ਜਾਣ ਪਰਮੇਸ਼ਰ ਨੇ ਲੈਣੀ ਹੈ, ਕਿਸੇ BJP ਤੋਮਰ ਨੇ ਜਾਂ ਪਿੰਕੀ ਨੇ ਜਾਂ ਗਰੇਵਾਲ ਨੇ ਜਾਂ ਮੋਦੀ ਨੇ ਨਹੀਂ ਲੈਣੀ, ਇਹਨਾਂ ਦੀ ਪਰਮੇਸ਼ਰ ਨੇ ਲੈਣੀ ਆ। ਉੱਥੇ ਪੁੱਛ ਲਾਂਗੇ, ਜਾਣਾ ਤਾਂ ਅਸੀਂ ਵੀ ਉੱਥੇ ਹੀ ਹੈ। ਸੱਚੋ ਸੱਚ ਨਿਬੜਨਾ ਦਰਗਾਹ 'ਚ ਵੀ ਅਤੇ ਇੱਥੇ ਵੀ। ਕਿਸਾਨਾਂ ਨਾਲ ਜਿਹੜਾ ਧੱਕਾ ਕਰੂਗਾ, ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਸਾਰੇ ਸੰਸਾਰ ਨੂੰ ਵੀ ਤਿਆਰੀ ਹੈ, ਆਪਾਂ ਤਿਆਰ ਪਰ ਤਿਆਰ ਰਹਿਣਾ। ਮਤਭੇਦ ਆਪਸ ਵਿੱਚ ਹੋਣਗੇ, ਬਹਿ ਕੇ ਨਿਬੇੜਾਂਗੇ। ਤੁਹਾਡਾ ਘਰ ਆ, ਜਦੋਂ ਮਰਜ਼ੀ ਆਓ, ਪਰ ਸਰਕਾਰ ਮੂਹਰੇ ਨਹੀਂ ਆਪਾਂ ਝੁਕਣਾ। ਸਾਡਾ ਕੋਈ ਵੀ ਤੁਹਾਨੂੰ ਕੋਈ ਪ੍ਰੂਫ ਮਿਲਦਾ, ਅਸੀਂ ਸਿੰਘੂ ਬਾਰਡਰ 'ਤੇ ਬੈਠੇ ਹਾਂ, ਸਾਡੇ ਕੋਲੇ ਆ ਜਾਓ। ਫੋਨ 'ਤੇ ਅਸੀਂ ਵਚਨ ਨਹੀਂ ਕਿਸੇ ਨਾਲ ਕਰਨਾ, ਸਾਡੇ ਨਾਲ ਬਹਿ ਕੇ ਗੱਲ ਕਰੋ। ਸਾਡਾ ਪਰਿਵਾਰ ਹੈ ਇਹ, ਕਿਸਾਨੀ ਦਾ ਮਸਲਾ ਵੀ ਸਾਡਾ ਹੈ, ਗੁਰੂ ਦਾ ਵੀ ਸਾਡਾ, ਦੋਹੇ ਸਾਡੀ ਹੀ ਨੇ। ਸਾਡਾ ਤਾਂ ਰੌਲਾ ਹੀ ਨਹੀਂ ਕਿਸੇ ਨਾਲ। ਪਰ ਆਹ ਛੋਟੀਆਂ ਮੋਟੀਆਂ ਗੱਲਾਂ ਤੋਂ ਉੱਪਰ ਉੱਠੋ। ਇਹ ਤਾਂ ਬਹੁਤ ਛੋਟੀਆਂ ਮੋਟੀਆਂ ਗੱਲਾਂ ਨੇ। ਤੋਮਰ ਦੀ ਫੋਟੋ ਲਾਤੀ ਜਾਂ ਮੋਦੀ ਦੀ ਲਾਤੀ, ਲਾਓ ਜਿਹਦੀਆਂ ਲਾਉਣੀਆਂ, ਜੀ ਸਦਕੇ ਲਾਓ। ਇਹ ਲਾਈਆਂ ਨਹੀਂ ਗਈਆਂ ਹੈਗੀਆਂ ਬਕਾਇਦਾ, ਮਤਲਬ ਕਿ ਮੀਟਿੰਗ ਦੀਆਂ ਫੋਟੋਆਂ ਵਾਇਰਲ ਹੋਈਆਂ। ਦੇਖੋ, ਜਦੋਂ ਹੁਣ ਕਿਸੇ ਦੇ ਘਰੇ ਜਾਵਾਂਗੇ, ਤੁਸੀਂ ਕਿਸੇ ਦੇ ਘਰੇ ਜਾਵਾਂਗੇ, ਸਾਨੂੰ ਜਾਂਦਿਆਂ ਨੂੰ ਅਗਲਾ ਚਾਹ ਪਾਣੀ ਪਿਲਾਊ ਜਾਂ ਨਹੀਂ ਪਿਲਾਊ, ਦੱਸੋ, ਜਵਾਬ ਦਿਓ ਸਾਨੂੰ, ਪਿਲਾਊਗਾ। ਪਰ ਇੰਨਾ ਧਿਆਨ ਰੱਖਿਓ, ਹਾਊ ਤੋਂ ਕਲੀਅਰ ਕਰ ਦਿਓ ਜਾਂ ਪਰਮੇਸ਼ਰ ਜਾਣਦਾ। ਅੱਜ ਤੱਕ ਕਦੇ ਬਾਬਰ ਕਹਿੰਦਾ ਜਾ ਕੇ ਪਾਣੀ ਨਹੀਂ ਪੀਤਾ, ਉਹਨਾਂ ਦੇ ਟੇਬਲ 'ਤੇ ਬਹਿ ਜਾਵਾਂਗੇ, ਜਾ ਕੇ ਦੇਖ ਲਾਂਗੇ ਉਹਨਾਂ ਨੂੰ ਵੀ ਕੀ ਕਹਿੰਦੇ ਆ। ਸਾਨੂੰ ਕੀ ਪਤਾ, ਸਾਨੂੰ ਤਾਂ ਕਹਿੰਦੇ ਵੀ ਇਹ ਸਾਰਾ ਸੰਸਾਰ ਦਾ ਮਸਲਾ ਹੈ। ਅਸੀਂ ਆ ਕਲੀਅਰ ਕਰ ਚੁੱਕੇ ਹਾਂ, ਇਹਦਾ ਹਿਸਾਬ ਦੇ ਜਾਣਾ, ਫੇਰ ਜਾਣਾ ਇੱਥੋਂ, ਨਹੀਂ ਜਾਣਾ ਨਹੀਂ ਜੀ। ਗੁਰੂ ਸਾਹਿਬ ਦਾ ਹਿਸਾਬ ਚਾਹੀਦਾ, ਇਕੱਲੇ ਇਕੱਲੇ ਸਰੂਪ ਦਾ ਹਿਸਾਬ ਚਾਹੀਦਾ। ਕਿਸੇ ਨਾਲ ਸਾਡੀ ਦੁਸ਼ਮਣੀ ਨਹੀਂ ਹੈਗੀ, ਅਸੀਂ ਕੋਈ ਹਿੰਸਾ ਨਹੀਂ ਕਰਨਾ ਚਾਹੁੰਦੇ, ਅਸੀਂ ਕੋਈ ਖਾਲਿਸਤਾਨੀ ਨਹੀਂ ਹੈਗੇ। ਸਾਡੇ ਕੋਲੇ ਬੈਠੋ ਤਾਂ ਸੀ ਆ ਕੇ, ਸਾਡਾ ਸੁਣੋ ਤਾਂ ਸੀ ਨਾ। ਹੁਣ ਤਾਂ ਸਾਡੇ ਘਰ 'ਚ ਆ ਗਈ ਨਾ ਕੇਸਗੜ੍ਹ ਸਾਹਿਬ ਦੀ। ਦੱਸੋ ਸਾਨੂੰ ਕਿਹਨੇ ਇਨਸਾਫ ਦਿੱਤਾ? ਸੰਸਾਰ ਉਂਗਲ ਖੜੀ ਕਰਕੇ ਕਹਿ ਦੇ ਸਾਨੂੰ ਫਾਂਸੀ ਟੰਗ ਦਿਓ ਜੇ ਸਾਨੂੰ ਇਨਸਾਫ ਮਿਲਿਆ ਹੋਵੇ। ਜੇ ਹੁਣ ਸਤਿਗੁਰਾਂ ਨੇ ਕਿਰਪਾ ਕਰੀ ਆ, ਫਿਰ ਹੁਣ ਬੈਠੋ ਟਿਕ, ਰੰਗ ਦੇਖੋ। ਫਿਰ ਭਾਵੇਂ ਹੁਣ ਮੋਦੀ ਨਾਲ ਫੋਟੋਆਂ ਪਾਉਂਦਾ, ਭਾਵੇਂ BJP ਵਾਲੇ ਨਾਲ ਪਾਉਂਦਾ ਜੀ, ਭਾਵੇਂ ਕਾਂਗਰਸ ਨਾਲ ਪਾਵੇ, ਫਿਰ ਜਿਹਦੇ ਨਾਲ ਮਰਜ਼ੀ ਪਾਵੇ। ਫਿਰ ਬਹਿ ਜਾਓ ਹੁਣ, ਨੰਦ ਨਾਲ ਦੇਖੋ ਬਹਿ ਕੇ। ਜੋ ਹੋਊਗਾ ਪਰਮੇਸ਼ਰ ਕਰਨਗੇ, ਉਹ ਸਾਹਮਣੇ ਆ ਜਾਊਗਾ ਸਮੇਂ 'ਚ। ਪਰ ਇੰਨਾ ਧਿਆਨ ਰੱਖਿਓ ਵੀ ਤਿਆਰ ਪਰ ਤਿਆਰ ਹੋ ਸਾਰੇ ਪੁੱਤਰ ਜੀ। ਲੋਕਾਂ ਦੇ, ਸਰਕਾਰਾਂ ਦੇ ਚੱਕਰਾਂ 'ਚ ਨਾ ਫਸੋ, ਇਕੱਠੇ ਹੋ ਜਾਓ। ਅਸੀਂ ਕਿਸਾਨ ਵੀਰਾਂ ਨੂੰ ਵੀ ਇਹੀ ਕਹਿੰਦੇ ਹਾਂ, ਲੀਡਰਾਂ ਨੂੰ ਵੀ ਇਹੀ ਕਹਿੰਦੇ ਹਾਂ, ਮਤਭੇਦ ਦੂਰ ਕਰ ਲਓ। ਮਸਲਾ ਗੱਲ ਪੰਜਾਬ ਦੀ ਹੈ, ਗੱਲ ਹੋਂਦ 'ਤੇ ਆ ਗਈ। ਕਿਸਾਨੀ ਦੀ ਤਾਂ ਬਹੁਤ ਦੂਰ ਦੀ ਰਹਿ ਗਈ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਅਮਨਦੀਪ ਸਿੰਘ ਜੀ। ਤੁਸੀਂ ਦੇਖਿਆ ਕਿ ਉਹਨਾਂ ਨੇ ਪ੍ਰੂਫਾਂ ਦੇ ਆਧਾਰ ਤੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਰਾਸ਼ਟਰਪਤੀ ਤੋਂ ਲੈ ਕੇ ਹੋਰ ਵੀ ਕਈ ਮੰਤਰੀਆਂ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਸੀ, ਤੇ ਜਵਾਬ ਮੰਗਣ ਦੇ ਲਈ ਉਹਨਾਂ ਨੇ ਖੁਦ ਮੀਟਿੰਗ ਦੇ ਲਈ ਸੱਦਾ ਦਿੱਤਾ ਸੀ, ਤੇ ਜਾ ਕੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਤੇ ਸਨਮਾਨ ਵੀ ਉਹਨਾਂ ਦਾ ਕੀਤਾ ਗਿਆ। ਅੱਜ ਦੇਖ ਸਕਦੇ ਹੋ ਤੁਸੀਂ, ਉਹਨਾਂ ਨੇ ਵੀ ਆਪਣੇ ਕੋਲ ਪ੍ਰੂਫ ਆ ਜਿਹੜੇ ਰੱਖੇ ਹੋਏ ਨੇ। ਸੋ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ, ਲਗਾਤਾਰ ਕਿਸਾਨੀ ਅੰਦੋਲਨ ਦੀ ਪਲ ਪਲ ਦੀ ਅਪਡੇਟ ਦਿੰਦੇ ਰਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਕੈਮਰਾਮੈਨ ਜੰਗਬੀਰ ਦੇ ਨਾਲ ਮੈਂ ਹਰਜੀਤ ਕੌਰ, ਸਿੰਘੂ ਬਾਰਡਰ, ਦਿੱਲੀ।